ਸਤਿ ਸ਼੍ਰੀ ਅਕਾਲ ਜੀ। ਫੈਸਲੇ ਜ਼ਿੰਦਗੀ ਦੇ ਚੈਨਲ 'ਤੇ ਤੁਹਾਡਾ ਬਹੁਤ ਸਵਾਗਤ ਹੈ। ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਪਰਿਵਾਰਕ ਕਹਾਣੀ ਲੈ ਕੇ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਨੂੰ ਤੁਸੀਂ ਬਹੁਤ ਪਸੰਦ ਕਰੋਗੇ। ਹਾਂਜੀ, ਚੱਲਦੇ ਹਾਂ ਫਿਰ ਆਪਾਂ ਕਹਾਣੀ ਦੇ ਵੱਲ। ਮੇਰਾ ਨਾਮ ਕੁਲਦੀਪ ਕੌਰ ਹੈ। ਮੈਂ ਆਪਣੀ ਜ਼ਿੰਦਗੀ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ। ਕਈ ਵਾਰ ਜ਼ਿਆਦਾ ਚੁੱਪ ਰਹਿਣਾ ਵੀ ਸਾਡੇ ਲਈ ਠੀਕ ਨਹੀਂ ਹੁੰਦਾ। ਜਦੋਂ ਅਸੀਂ ਜ਼ਿਆਦਾ ਚੁੱਪ ਰਹਿੰਦੇ ਹਾਂ ਤਾਂ ਕਈ ਵਾਰ ਸਾਡੇ ਸੱਸ ਸਹੁਰਾ ਇਸ ਗੱਲ ਦਾ ਨਜਾਇਜ਼ ਫਾਇਦਾ ਚੁੱਕਣ ਲੱਗ ਜਾਂਦੇ ਹਨ ਅਤੇ ਫਿਰ ਸਾਨੂੰ ਉਹ ਗੱਲਾਂ ਵੀ ਝੱਲਣੀਆਂ ਪੈਂਦੀਆਂ ਹਨ ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਮੇਰੀ ਜ਼ਿੰਦਗੀ ਵਿੱਚ ਵੀ ਕੁਝ ਅਜਿਹੀਆਂ ਹੀ ਗੱਲਾਂ ਦਾ ਮੈਨੂੰ ਸਾਹਮਣਾ ਕਰਨਾ ਪਿਆ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ। ਹਾਂਜੀ, ਸ਼ੁਰੂ ਕਰਦੇ ਹਾਂ ਮੇਰੀ ਜ਼ਿੰਦਗੀ ਦੀ ਦਰਦ ਭਰੀ ਦਾਸਤਾਨ। ਮੈਂ ਸਾਂਝੇ ਪਰਿਵਾਰ ਵਿੱਚ ਪਲੀ ਹੋਈ ਸੀ। ਮੇਰੇ ਡੈਡੀ ਹੋਰੀ 3 ਭਰਾ ਸੀ। ਮੇਰੇ ਡੈਡੀ ਛੋਟੇ ਸੀ। ਮੇਰੇ ਦੋਨੋਂ ਤਾਇਆ ਜੀ ਵੱਡੇ ਸੀ। ਤਾਇਆ ਜੀ ਦੇ 2 ਮੁੰਡੇ। 3 ਘਰਾਂ ਵਿੱਚ ਮੈਂ ਇਕੱਲੀ ਕੁੜੀ ਸੀ। ਅਸੀਂ 2 ਭੈਣ ਭਰਾ ਸੀ। ਮੇਰਾ ਭਰਾ ਮੇਰੇ ਤੋਂ ਛੋਟਾ ਸੀ। ਸਾਡੇ ਘਰ ਵਿੱਚ ਮੈਨੂੰ ਬੜਾ ਲਾਡ ਪਿਆਰ ਕਰਦੇ ਸੀ ਸਾਰੇ। ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਗਈ, ਮੇਰੀ ਮਾਂ ਅਤੇ ਮੇਰੀਆਂ ਤਾਈਆਂ ਮੈਨੂੰ ਇਹੀ ਗੱਲ ਸਮਝਾਉਂਦੀਆਂ ਰਹਿੰਦੀਆਂ, ਇੱਥੇ ਤਾਂ ਤੂੰ ਆਪਣੇ ਭਰਾਵਾਂ ਨਾਲ ਸਾਰਾ ਦਿਨ ਬਹਿਸ ਕਰਦੀ ਰਹਿੰਦੀ ਆ, ਨਿੱਕੀ ਨਿੱਕੀ ਗੱਲ 'ਤੇ ਲੜ ਪੈਂਦੀਆਂ। ਕੋਈ ਗੱਲ ਨਹੀਂ, ਪਰ ਅੱਗੇ ਸਹੁਰੇ ਘਰ ਜਾ ਕੇ ਸੱਸ ਸਹੁਰੇ ਦੇ ਮੂਹਰੇ ਨਹੀਂ ਬੋਲੀਦਾ। ਉਹ ਜੋ ਵੀ ਕਹਿਣ ਬਸ ਚੁੱਪਚਾਪ ਬਰਦਾਸ਼ਤ ਕਰ ਲਈਦਾ, ਕਿਉਂਕਿ ਸੱਸ ਸਹੁਰੇ ਦੇ ਅੱਗੇ ਬੋਲਿਆ ਜਾਵੇ ਤਾਂ ਘਰ ਖਰਾਬ ਹੋ ਜਾਂਦਾ। ਮੇਰੀ ਮੰਮੀ ਅਤੇ ਤਾਈ ਇਹ ਗੱਲਾਂ ਮੇਰੇ ਦਿਮਾਗ ਵਿੱਚ ਕੁੱਟ ਕੇ ਭਰ ਦਿੱਤੀਆਂ ਸੀ। ਮੈਂ +2 ਕਰਨ ਤੋਂ ਬਾਅਦ ਅੱਗੇ ਪੜ੍ਹਨਾ ਚਾਹਿਆ ਤਾਂ ਮੇਰੇ ਤਾਇਆ ਜੀ ਕਹਿਣ ਲੱਗੇ, ਮੇਰੀ ਸਿਹਤ ਢਿੱਲੀ ਰਹਿੰਦੀ ਆ, ਮੈਂ ਜਿਉਂਦਾ ਜਿਉਂਦਾ ਤੇਰਾ ਵਿਆਹ ਦੇਖਣਾ ਚਾਹੁੰਦਾ ਹਾਂ ਪੁੱਤ। ਜੇ ਤੂੰ ਪੜ੍ਹਨਾ ਹੋਇਆ ਤਾਂ ਅਗਲੇ ਘਰੇ ਜਾ ਕੇ ਪੜ੍ਹ ਲਈ, ਪਰ ਅਸੀਂ ਹੁਣ ਤੇਰਾ 1-2 ਸਾਲ ਦੇ ਵਿੱਚ ਵਿਆਹ ਕਰ ਦੇਣਾ ਹੈ। ਮੈਂ ਵਿਆਹ ਲਈ ਪਹਿਲਾਂ ਤਾਂ ਨਾ ਮੰਨੀ, ਪਰ ਫਿਰ ਮੇਰੇ ਤਾਇਆ ਜੀ ਨੇ ਅਤੇ ਡੈਡੀ ਹੋਰਾਂ ਨੇ ਮੈਨੂੰ ਵਿਆਹ ਲਈ ਮਨਾ ਹੀ ਲਿਆ। ਸਾਰਿਆਂ ਨੂੰ ਬੜਾ ਚਾਅ ਸੀ ਮੇਰੇ ਵਿਆਹ ਦਾ। ਮੇਰਾ ਵਿਆਹ ਬਹੁਤ ਧੂਮਧਾਮ ਨਾਲ ਮੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਮੇਰਾ ਰਿਸ਼ਤਾ ਹੋਇਆ ਸੀ, ਉਹ ਮੁੰਡੇ ਹੋਰੀ 2 ਭਰਾ ਸੀ। ਘਰ-ਬਾਰ ਬਹੁਤ ਵਧੀਆ ਸੀ। ਮੇਰਾ ਵਿਆਹ ਕਰ ਦਿੱਤਾ। ਮੈਂ ਸਹੁਰੇ ਘਰ ਚਲੀ ਗਈ। ਮੇਰੀ ਡੋਲੀ ਤੁਰਨ ਵੇਲੇ ਮੇਰੀ ਤਾਈ ਅਤੇ ਮੇਰੀ ਮੰਮੀ ਨੇ ਫਿਰ ਇਹੀ ਕਿਹਾ ਕਿ ਸਹੁਰੇ ਘਰ ਜਾ ਕੇ ਚੁੱਪਚਾਪ ਆਪਣਾ ਕੰਮ ਕਰਦੇ ਰਹਿਣਾ, ਕਿਸੇ ਅੱਗੇ ਨਹੀਂ ਬੋਲਣਾ। ਮੈਨੂੰ ਸਹੁਰੇ ਘਰ ਆ ਕੇ ਵੀ ਆਪਣੀ ਮੰਮੀ ਅਤੇ ਤਾਈ ਦੀਆਂ ਇਹ ਗੱਲਾਂ ਵਾਰ-ਵਾਰ ਯਾਦ ਆਈ ਜਾਂਦੀਆਂ ਸੀ। ਮੇਰੇ ਸਹੁਰੇ ਘਰ ਵਿੱਚ ਬਾਕੀ ਪਰਿਵਾਰਕ ਮੈਂਬਰਾਂ ਦਾ ਸੁਭਾਅ ਤਾਂ ਵਧੀਆ ਸੀ, ਪਰ ਮੇਰੀ ਸੱਸ ਦਾ ਸੁਭਾਅ ਥੋੜ੍ਹਾ ਜਿਹਾ ਕੱਬਾ ਸੀ। ਉਹਨੂੰ ਮੇਰੇ ਕੰਮਾਂ ਵਿੱਚ ਟੋਕਾ ਟਕਾਈ ਕਰਨ ਦੀ ਬਹੁਤ ਆਦਤ ਸੀ। ਉਹ ਮੇਰੇ ਹਰ ਕੰਮ ਵਿੱਚ ਨੁਕਸ ਕੱਢ ਦਿੰਦੀ। ਮੈਂ ਕੰਮ ਕਿੰਨੇ ਵੀ ਵਧੀਆ ਤਰੀਕੇ ਨਾਲ ਕਿਉਂ ਨਾ ਕਰਦੀ, ਪਰ ਉਹਨੇ ਕਦੇ ਵੀ ਮੇਰੇ ਕੰਮ ਦੀ ਸਿਫਤ ਨਹੀਂ ਕੀਤੀ ਸੀ। ਜੇਕਰ ਮੇਰੇ ਹੱਥ ਦੀ ਬਣੀ ਰੋਟੀ ਸਬਜ਼ੀ ਦੀ ਸਿਫਤ ਮੇਰੇ ਘਰ ਵਾਲਾ ਜਾਂ ਮੇਰਾ ਸਹੁਰਾ ਕਰ ਦਿੰਦੇ ਤਾਂ ਮੇਰੀ ਸੱਸ ਨੱਕ ਬੁੱਲ ਕੱਢਦੀ। ਉਹ ਮੇਰੀ ਪਿੱਠ ਪਿੱਛੇ ਸਾਰਾ ਦਿਨ ਬੁੜ ਕਰਦੀ ਰਹਿੰਦੀ। ਮੈਨੂੰ ਉਸ ਦੀਆਂ ਇਹ ਗੱਲਾਂ ਬਿਲਕੁਲ ਚੰਗੀਆਂ ਨਾ ਲੱਗਦੀਆਂ। ਜਦੋਂ ਮੈਂ ਆਪਣੇ ਪੇਕੇ ਘਰ ਜਾਣ ਵਾਸਤੇ ਕਹਿੰਦੀ ਤਾਂ ਉਸ ਦਾ ਇੱਕੋ ਹੀ ਸਵਾਲ ਹੁੰਦਾ ਕਿ ਪੇਕੇ ਤਾਂ ਭੱਜੀ ਜਾਂਦੀ ਆ, ਲੈ ਕੇ ਕੀ ਆਵੇਂਗੀ। ਮੈਂ ਕਹਿ ਦਿੰਦੀ, ਮੰਮੀ ਮੈਂ ਤਾਂ ਆਪਣੇ ਪੇਕੇ ਮੰਮੀ ਡੈਡੀ ਨੂੰ ਮਿਲਣ ਲਈ ਜਾਣਾ ਹੈ, ਨਾ ਕਿ ਕੁਝ ਲੈਣ। ਤਾਂ ਮੇਰੀ ਸੱਸ ਕਹਿ ਦਿੰਦੀ, ਤੇਰੇ ਪੇਕਿਆਂ ਕੋਲ ਦੇਣ ਨੂੰ ਵੀ ਕੀ ਹੈ। ਮੈਂ ਆਪਣੇ ਛੋਟੇ ਮੁੰਡੇ ਦਾ ਵਿਆਹ ਵਧੀਆ ਘਰ 'ਚ ਕਰੂੰਗੀ, ਜਿੱਥੋਂ ਸਮਾਨ ਦੀਆਂ ਟਰਾਲੀਆਂ ਭਰ ਕੇ ਆਉਣ ਸਾਡੇ। ਮੈਂ ਆਪਣੀ ਸੱਸ ਨੂੰ ਕਹਿ ਦੇਣਾ, ਕੋਈ ਗੱਲ ਨਹੀਂ ਮੰਮੀ, ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ, ਤੁਸੀਂ ਚਾਹੇ ਜਿੱਥੇ ਮਰਜ਼ੀ ਕਰ ਲਓ ਛੋਟੇ ਦਾ ਵਿਆਹ। ਮੇਰੀ ਸੱਸ ਦੇ ਭਰਾ ਨੇ ਇੱਕ ਦਿਨ ਛੋਟੇ ਮੁੰਡੇ ਲਈ ਰਿਸ਼ਤੇ ਦੀ ਦੱਸ ਪਾਈ। ਕਹਿਣ ਲੱਗਾ, ਭੈਣ ਘਰ ਬੜਾ ਤਕੜਾ, ਬੜਾ ਕੁਝ ਦੇਣਾ ਉਹਨਾਂ ਨੇ। ਮੇਰੀ ਸੱਸ ਤਾਂ ਪਹਿਲਾਂ ਹੀ ਇਹ ਕੁਝ ਭਾਲਦੀ ਸੀ। ਉਸਨੇ ਝਟਪਟ ਰਿਸ਼ਤੇ ਲਈ ਹਾਂ ਕਹਿ ਦਿੱਤੀ। ਮੇਰੇ ਦਿਓਰ ਦਾ ਸ਼ਗਨ ਪੈ ਗਿਆ। ਸ਼ਗਨ ਵਾਲੇ ਦਿਨ ਵੀ ਮੇਰੀ ਸੱਸ ਨੇ ਮੈਨੂੰ ਬੜੀਆਂ ਗੱਲਾਂ ਸੁਣਾਈਆਂ ਕਿ ਤੇਰੇ ਪੇਕਿਆਂ ਨੇ ਤਾਂ ਇੰਨੀਆਂ ਐਟਮਾਂ ਨਹੀਂ ਸ਼ਗਨ 'ਤੇ ਬਣਾਈਆਂ ਸੀ ਜਿੰਨੀਆਂ ਅਸੀਂ ਅੱਜ ਖਾ ਕੇ ਆਏ ਹਾਂ। ਪਰ ਮੈਂ ਕਦੇ ਵੀ ਆਪਣੀ ਸੱਸ ਦੀ ਗੱਲ ਦਾ ਪਲਟ ਕੇ ਜਵਾਬ ਨਹੀਂ ਦਿੱਤਾ ਸੀ। ਮੇਰੇ ਦਿਓਰ ਦਾ ਵਿਆਹ ਹੋ ਗਿਆ। ਮੇਰੀ ਸੱਸ ਨੂੰ ਮੈਨੂੰ ਤਾਨੇ ਮਿਹਣੇ ਸੁਣਾਉਣ ਦਾ ਹੋਰ ਮੌਕਾ ਮਿਲ ਗਿਆ। ਉਹ ਮੇਰੀ ਦਰਾਣੀ ਦੇ ਹਰ ਕੰਮ ਦੀ ਬੜੀ ਸਿਫਤ ਕਰਦੀ ਅਤੇ ਉਸ ਦੇ ਸਾਹਮਣੇ ਮੈਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ।
ਮੇਰੀ ਦਰਾਣੀ ਨਾਲ ਮੇਰੀ ਵਧੀਆ ਬਣਦੀ ਸੀ। ਉਹ ਮੈਨੂੰ ਹਮੇਸ਼ਾ ਇਹੀ ਕਹਿੰਦੀ ਰਹਿੰਦੀ, ਦੀਦੀ ਸਾਰਾ ਦਿਨ ਮੰਮੀ ਤੁਹਾਨੂੰ ਗੱਲਾਂ ਸੁਣਾਉਂਦੇ ਰਹਿੰਦੇ ਆ, ਤੁਸੀਂ ਕਿਸੇ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ? ਇੱਕ ਦੋ ਦਿਨ ਜਵਾਬ ਦਿਓ, ਮੰਮੀ ਅੱਗੇ ਤੋਂ ਬੋਲਣਾ ਬੰਦ ਕਰ ਦੇਣਗੇ। ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ। ਮੇਰੀ ਦਰਾਣੀ ਦਾ ਸੁਭਾਅ ਕੁਝ ਸਖਤ ਸੀ। ਜੇਕਰ ਕਿਤੇ ਮੇਰੀ ਸੱਸ ਉਸ ਨੂੰ ਕੰਮ ਕਰਨ ਲਈ ਕਹਿ ਦਿੰਦੀ, ਉਹ ਝਟਪਟ ਹੀ ਜਵਾਬ ਦੇ ਦਿੰਦੀ, ਕਹਿ ਦਿੰਦੀ, ਮੰਮੀ ਮੇਰੇ ਡੈਡੀ ਨੇ ਐਵੇਂ ਨਹੀਂ ਟਰਾਲੀਆਂ ਭਰ ਭਰ ਮੈਨੂੰ ਸਮਾਨ ਦਿੱਤਾ। ਮੇਰੇ ਡੈਡੀ ਚਾਹੁੰਦੇ ਸੀ ਮੇਰੀ ਧੀ ਐਸ਼ ਕਰੇ, ਇਸ ਨੂੰ ਕੋਈ ਕੰਮ ਨਾ ਕਰਨਾ ਪਵੇ ਸਹੁਰੇ ਘਰ ਜਾ ਕੇ, ਤੇ ਇਹ ਸੌਖੀ ਹੋਵੇ। ਇਸ ਕਰਕੇ ਮੇਰੇ ਡੈਡੀ ਨੇ ਔਖੇ ਹੋ ਕੇ ਮੈਨੂੰ ਇੰਨਾ ਸਮਾਨ ਦਿੱਤਾ ਹੈ, ਮੈਂ ਆਪਣੀ ਜ਼ਿੰਦਗੀ ਸੌਖੇ ਤਰੀਕੇ ਨਾਲ ਕੱਢ ਸਕਾਂ। ਮੇਰੇ ਤੋਂ ਕਿਸੇ ਕੰਮ ਦੀ ਉਮੀਦ ਨਾ ਰੱਖਿਓ। ਨਾ ਹੀ ਮੈਂ ਕੰਮ ਕਰਨਾ ਅਤੇ ਨਾ ਹੀ ਮੈਂ ਸਿੱਖਣਾ ਅਤੇ ਨਾ ਹੀ ਮੈਨੂੰ ਕਰਨਾ ਆਉਂਦਾ ਹੈ। ਉਹੀ ਗੱਲ ਨਹੀਂ। ਮੇਰੀ ਸੱਸ ਨੇ ਮੇਰੀ ਦਰਾਣੀ ਤੋਂ ਇਹ ਗੱਲਾਂ ਸੁਣੀਆਂ ਤਾਂ ਬੜਾ ਸ਼ਰਮਿੰਦਾ ਹੋਈ। ਇੱਕ ਦਿਨ ਦੁਪਹਿਰੇ 12 ਵਜੇ ਸੀ। ਮੇਰੀ ਦਰਾਣੀ ਮੇਰੀ ਸੱਸ ਨੂੰ ਕਹਿਣ ਲੱਗੀ, ਮੰਮੀ ਦੀਦੀ ਤਾਂ ਕੰਮ ਨਿਬੇੜ ਕੇ ਹੁਣ ਆਰਾਮ ਕਰਨ ਲਈ ਬੈਠੇ ਆ, ਮੇਰਾ ਚਾਹ ਪੀਣ ਨੂੰ ਬੜਾ ਦਿਲ ਕਰ, ਮੇਰੇ ਲਈ ਇੱਕ ਕੱਪ ਚਾਹ ਬਣਾ ਕੇ ਲਿਆਓ। ਮੇਰੀ ਸੱਸ ਉਸ ਅੱਗੇ ਕੁਝ ਨਾ ਬੋਲੀ ਅਤੇ ਚਾਹ ਬਣਾਉਣ ਲਈ ਚਲੀ ਗਈ। ਜਦੋਂ ਉਸਨੇ ਚਾਹ ਬਣਾ ਕੇ ਲਿਆ ਕੇ ਮੇਜ਼ 'ਤੇ ਰੱਖੀ, ਮੇਜ਼ 'ਤੇ ਕੱਪ ਰੱਖ ਕੇ ਜਦੋਂ ਮੁੜਨ ਲੱਗੀ ਤਾਂ ਉਸਦੀ ਚੁੰਨੀ ਕੱਪ ਵਿੱਚ ਅੜ ਗਈ ਅਤੇ ਚਾਹ ਵਾਲਾ ਕੱਪ ਥੱਲੇ ਡਿੱਗ ਪਿਆ। ਚਾਹ ਡੁੱਲ ਗਈ ਅਤੇ ਮੇਰੀ ਦਰਾਣੀ ਨੇ ਮੇਰੀ ਸੱਸ ਨੂੰ ਬੜਾ ਕੁਝ ਬੋਲਿਆ ਕਿ ਤੁਹਾਨੂੰ ਇੰਨੀ ਵੀ ਤਮੀਜ਼ ਨਹੀਂ, ਚਾਹ ਨੂੰ ਸਹੀ ਢੰਗ ਨਾਲ ਰੱਖ ਕੇ ਕਿਵੇਂ ਪਿੱਛੇ ਹਟਣਾ ਚਾਹੀਦਾ ਸਾਨੂੰ। ਹੁਣ ਮੇਰੇ ਤੋਂ ਨਹੀਂ ਸਾਫ਼ ਹੁੰਦੀ ਮੰਮੀ, ਤੁਹਾਨੂੰ ਹੀ ਸਾਫ਼ ਕਰਨੀ ਪੈਣੀ ਆ। ਮੇਰੀ ਸੱਸ ਚੁੱਪ ਕਰਕੇ ਪੋਚੇ ਵਾਲਾ ਕੱਪੜਾ ਚੁੱਕ ਕੇ ਲਿਆਈ। ਪੋਚਾ ਲਗਾਉਣ ਲੱਗੀ ਤਾਂ ਉਸ ਤੋਂ ਬੈਠਿਆ ਨਹੀਂ ਗਿਆ। ਮੇਰੇ ਮਨ ਵਿੱਚ ਫਿਰ ਵੀ ਥੋੜ੍ਹਾ ਜਿਹਾ ਤਰਸ ਆਇਆ। ਮੈਂ ਅੱਗੇ ਹੋ ਕੇ ਆਪਣੀ ਸੱਸ ਤੋਂ ਪੋਚੇ ਵਾਲਾ ਕੱਪੜਾ ਫੜ ਲਿਆ ਅਤੇ ਆਪ ਪੋਚਾ ਲਾਇਆ। ਅੱਜ ਮੇਰੀ ਸੱਸ ਦੇ ਮਨ ਵਿੱਚ ਇੰਨੀ ਗੱਲ ਤਾਂ ਘਰ ਕਰ ਗਈ ਸੀ ਕਿ ਦੋਨਾਂ ਨੂੰਹਾਂ ਵਿੱਚ ਫਰਕ ਤਾਂ ਜ਼ਰੂਰ ਹੈਗਾ, ਪਰ ਉਹ ਬਿਆਨ ਨਹੀਂ ਕਰ ਸਕਦੀ ਸੀ। ਹੁਣ ਮੇਰੀ ਦਰਾਣੀ ਦਾ ਇਹ ਹਰ ਰੋਜ਼ ਦਾ ਕੰਮ ਹੋ ਗਿਆ ਸੀ। ਮੇਰੀ ਸੱਸ ਨੂੰ ਆਪਣੀਆਂ ਉਂਗਲਾਂ 'ਤੇ ਨਚਾਉਣਾ, ਇੱਕ ਦੋ ਵਾਰ ਉਹਦੀ ਬੇਇੱਜ਼ਤੀ ਵੀ ਰੱਜ ਕੇ ਕਰਨੀ। ਮੇਰੀ ਸੱਸ ਸਭ ਕੁਝ ਸਹਿੰਦੀ ਸਹਿੰਦੀ ਤੰਗ ਆ ਚੁੱਕੀ ਸੀ। ਇੱਕ ਦਿਨ ਮੇਰੇ ਦਿਓਰ ਨੂੰ ਕਹਿਣ ਲੱਗੀ, ਹੁਣ ਆਪਾਂ ਇੱਕ ਘਰ ਵਿੱਚ ਇਕੱਠੇ ਨਹੀਂ ਰਹਿ ਸਕਦੇ, ਹੁਣ ਆਪਾਂ ਨੂੰ ਅਲੱਗ-ਅਲੱਗ ਹੋਣਾ ਹੀ ਪੈਣਾ ਹੈ। ਤੁਸੀਂ ਦੋਨੋਂ ਜੀ ਅਲੱਗ ਹੋ ਜਾਏ, ਮੈਂ ਤਾਂ ਇੱਧਰ ਹੀ ਰਹੂੰਗੀ ਕੁਲਦੀਪ ਵੱਲ। ਮੇਰਾ ਦਿਓਰ ਕਹਿਣ ਲੱਗਾ, ਮੰਮੀ ਸਾਰਾ ਦਿਨ ਤਾਂ ਤੁਸੀਂ ਭਾਬੀ ਨੂੰ ਬੁਰਾ ਭਲਾ ਬੋਲਦੇ ਰਹਿੰਦੇ ਹੋ, ਨਾਲੇ ਤੁਹਾਨੂੰ ਤਾਂ ਸੰਦੀਪ ਜ਼ਿਆਦਾ ਪਸੰਦ ਸੀ ਕਿਉਂਕਿ ਇਹ ਅਮੀਰ ਘਰ ਦੀ ਕੁੜੀ ਹੈ ਅਤੇ ਭਾਬੀ ਗਰੀਬ ਘਰ ਦੀ। ਸੰਦੀਪ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਚੁਣਿਆ, ਜਿਹੋ ਜਿਹੀ ਤੁਸੀਂ ਚਾਹੁੰਦੇ ਸੀ ਉਹੋ ਜਿਹੀ ਹੈ ਸੰਦੀਪ। ਤੁਸੀਂ ਮੇਰਾ ਰਿਸ਼ਤਾ ਅਮੀਰ ਘਰ ਨਾਲ ਜੋੜਨਾ ਚਾਹੁੰਦੇ ਸੀ, ਅਮੀਰ ਘਰ ਨਾਲ ਜੁੜ ਗਿਆ ਨਾ। ਨਾਲੇ ਮੰਮੀ ਤੁਹਾਡੇ ਤੋਂ ਬਿਨਾਂ ਮੇਰਾ ਨਹੀਂ ਦਿਲ ਲੱਗਣਾ, ਮੈਂ ਕਿਤੇ ਅਲੱਗ ਨਹੀਂ ਹੋਣਾ, ਇਸੇ ਘਰ ਵਿੱਚ ਹੀ ਰਹਾਂਗੇ। ਮੇਰੇ ਦਿਓਰ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੀ ਸੱਸ ਬੈਠੀ ਮੱਥੇ 'ਤੇ ਹੱਥ ਮਾਰ ਮਾਰ ਕੇ ਰੋਣ ਲੱਗ ਪਈ। ਹੁਣ ਉਸ ਦੀ ਜਾਨ ਕੜੱਕੀ ਵਿੱਚ ਫਸੀ ਹੋਈ ਸੀ। ਜੇਕਰ ਕੰਮ ਨਹੀਂ ਕਰਦੀ ਸੀ ਤਾਂ ਸੰਦੀਪ ਉਸ ਨੂੰ ਬੜੀਆਂ ਗੱਲਾਂ ਸੁਣਾਉਂਦੀ, ਜੇ ਕੰਮ ਕਰਦੀ ਤਾਂ ਕੰਮ ਛੱਡਿਆ ਹੋਣ ਕਰਕੇ ਉਸ ਨੂੰ ਕੰਮ ਕਰਨਾ ਬੜਾ ਔਖਾ ਲੱਗਦਾ। ਇੱਕ ਦਿਨ ਮੇਰੀ ਸੱਸ ਨੇ ਅੱਕ ਕੇ ਸਾਰੇ ਰਿਸ਼ਤੇਦਾਰ ਇਕੱਠੇ ਕਰ ਲਏ। ਕਹਿਣ ਲੱਗੀ, ਮੇਰੇ ਮੁੰਡੇ ਤਾਂ ਅੱਡ ਹੋਣ ਨੂੰ ਮੰਨਦੇ ਨਹੀਂ, ਹੁਣ ਇਕੱਠੇ ਰਹਿ ਕੇ ਸਾਡਾ ਨਿਭਾ ਨਹੀਂ ਹੋਣਾ। ਮੇਰੇ ਦੋਨਾਂ ਮੁੰਡਿਆਂ ਨੂੰ ਅੱਡੋ ਅੱਡੀ ਕਰ ਦਿਓ, ਮੈਂ ਤਾਂ ਵੱਡੇ ਨਾਲ ਹੀ ਰਹੂੰਗੀ ਕਿਉਂਕਿ ਸੰਦੀਪ ਨਾਲ ਨਹੀਂ ਕੁਲਦੀਪ ਨਾਲ ਹੀ ਰਹਾਂਗੀ। ਮੇਰੀ ਸੱਸ ਨੇ ਇਹ ਗੱਲ ਕਹੀ ਤਾਂ ਮੈਂ ਆਪਣੀ ਚੁੱਪ ਤੋੜ ਦਿੱਤੀ। ਮੈਂ ਕਿਹਾ, ਨਹੀਂ ਮੰਮੀ, ਮੇਰਾ ਤੁਹਾਡੇ ਨਾਲ ਨਿਭਾ ਨਹੀਂ ਹੋਣਾ, ਤੁਸੀਂ ਤਾਂ ਆਪਣੀ ਅਮੀਰ ਨੂੰਹ ਨਾਲ ਹੀ ਰਹੋਗੇ। ਸਾਨੂੰ ਦੋਨਾਂ ਜੀਆਂ ਨੂੰ ਅੱਡ ਕਰ ਦਿਓ, ਸਾਨੂੰ ਚਾਹੇ 5ਵਾਂ ਹਿੱਸਾ ਦੇ ਦਿਓ, ਪਰ ਅਸੀਂ ਆਪਣੀ ਸਕੂਨ ਨਾਲ ਰੋਟੀ ਤਾਂ ਖਾ ਸਕਾਂਗੇ। ਮੇਰੀ ਇਹ ਗੱਲ ਸੁਣ ਕੇ ਮੇਰੀ ਸੱਸ ਨੇ ਮੇਰੇ ਸਾਹਮਣੇ ਦੋਨੇ ਹੱਥ ਜੋੜ ਦਿੱਤੇ। ਕਹਿਣ ਲੱਗੀ, ਪੁੱਤ ਮੇਰੇ ਤੋਂ ਬੜੀ ਵੱਡੀ ਗਲਤੀ ਹੋਈ ਹੈ, ਜਿਹੜਾ ਮੈਂ ਅਮੀਰ ਨੂੰਹ ਲਿਆਉਣ ਦੇ ਲਾਲਚ ਵਿੱਚ ਘਮੰਡ ਕਰ ਬੈਠੀ। ਅੱਜ ਮੇਰਾ ਸਾਰਾ ਘਮੰਡ ਸੰਦੀਪ ਨੇ ਤੋੜ ਦਿੱਤਾ। ਮੈਨੂੰ ਸਾਰਾ ਦਿਨ ਇਸ ਤੋਂ ਗੱਲਾਂ ਸੁਣਨੀਆਂ ਪੈਂਦੀਆਂ, ਜਦ ਕਿ ਮੈਂ ਤੇਰੇ 'ਤੇ ਖੁਦ ਰੋਅਬ ਮਾਰਦੀ ਸੀ, ਪਰ ਫਿਰ ਵੀ ਤੂੰ ਮੇਰੀ ਕਿਸੇ ਗੱਲ ਦਾ ਕਦੇ ਪਲਟ ਕੇ ਜਵਾਬ ਨਹੀਂ ਦਿੱਤਾ ਸੀ। ਮੈਂ ਆਪਣੀ ਸੱਸ ਨੂੰ ਕਿਹਾ, ਮੰਮੀ ਇਹ ਤਾਂ ਮੇਰੇ ਮਾਂ ਬਾਪ ਦੇ ਦਿੱਤੇ ਹੋਏ ਸੰਸਕਾਰ ਸੀ। ਮੇਰੀ ਮਾਂ ਮੇਰੀਆਂ
ਤਾਈਆਂ ਸਾਰਾ ਪਰਿਵਾਰ ਮੈਨੂੰ ਇੱਕੋ ਗੱਲ ਸਿਖਾਉਂਦੇ ਹੁੰਦੇ ਸੀ ਕਿ ਵੱਡਿਆਂ ਦੇ ਅੱਗੇ ਨਹੀਂ ਬੋਲੀਦਾ। ਮੇਰੀ ਸੱਸ ਕਹਿਣ ਲੱਗੀ, ਪੁੱਤ ਅੱਜ ਇਹ ਗੱਲ ਮੇਰੇ ਸਾਹਮਣੇ ਆ ਗਈ ਹੈ। ਇਨਸਾਨ ਉਂਝ ਅਮੀਰ ਨਹੀਂ ਹੋਣਾ ਚਾਹੀਦਾ, ਦਿਲ ਦਾ ਅਮੀਰ ਹੋਣਾ ਚਾਹੀਦਾ। ਪੁੱਤ ਤੇਰਾ ਦਿਲ ਬੜਾ ਅਮੀਰ ਹੈ, ਬਸ ਤੂੰ ਕਿਵੇਂ ਨਾ ਕਿਵੇਂ ਇਹਨਾਂ ਤੋਂ ਅਲੱਗ ਹੋ ਜਾ। ਆਪਾਂ ਬੜੇ ਪਿਆਰ ਨਾਲ ਰਹਾਂਗੇ। ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਵੀ ਬੁਰਾ ਭਲਾ ਨਹੀਂ ਬੋਲਾਂਗੀ। ਮੇਰੀ ਸੱਸ ਦੇ ਮੂੰਹੋਂ ਇਹ ਗੱਲ ਸੁਣ ਕੇ ਸੰਦੀਪ ਭੱਜ ਕੇ ਸਾਡੇ ਕੋਲ ਆਈ ਅਤੇ ਉਹਨੇ ਮੈਨੂੰ ਅਤੇ ਮੇਰੀ ਸੱਸ ਨੂੰ ਦੋਨਾਂ ਨੂੰ ਗਲਵੱਕੜੀ ਪਾ ਲਈ। ਕਹਿਣ ਲੱਗੀ, ਬਸ ਮੰਮੀ, ਮੈਂ ਤੁਹਾਨੂੰ ਇਹੀ ਸਬਕ ਸਿਖਾਉਣਾ ਚਾਹੁੰਦੀ ਸੀ ਕਿ ਦੀਦੀ ਤੁਹਾਡੀ ਕਿੰਨੀ ਇੱਜ਼ਤ ਕਰਦੇ ਸੀ, ਪਰ ਤੁਸੀਂ ਕਦੇ ਵੀ ਦੀਦੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਤੁਹਾਡੇ ਮਨ ਵਿੱਚ ਜੋ ਲਾਲਚ ਸੀ ਉਸਨੇ ਤੁਹਾਨੂੰ ਸਹੀ ਗਲਤ ਦੀ ਪਹਿਚਾਣ ਕਰਾ ਦਿੱਤੀ ਹੈ। ਤੁਹਾਨੂੰ ਸਹੀ ਗਲਤ ਦੀ ਪਹਿਚਾਣ ਕਰਾਉਣ ਲਈ ਮੈਂ ਇਹ ਨਾਟਕ ਖੇਡਿਆ ਸੀ। ਮੇਰਾ ਮਕਸਦ ਤੁਹਾਡਾ ਦਿਲ ਦਿਖਾਉਣਾ ਨਹੀਂ ਸੀ, ਬਸ ਤੁਹਾਨੂੰ ਸਹੀ ਰਸਤੇ 'ਤੇ ਲਿਆਉਣਾ ਸੀ। ਤੁਸੀਂ ਵਾਅਦਾ ਕਰੋ ਕਿ ਤੁਸੀਂ ਅੱਜ ਤੋਂ ਬਾਅਦ ਦੀਦੀ ਨੂੰ ਕੁਝ ਨਹੀਂ ਕਹੋਗੇ ਅਤੇ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਅਸੀਂ ਦੋਨੋਂ ਭੈਣਾਂ ਰਲ ਮਿਲ ਕੇ ਘਰ ਦਾ ਕੰਮ ਕਰਿਆ ਕਰਾਂਗੇ। ਮੈਂ ਤੁਹਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰਾਂਗੀ। ਮੇਰੀ ਸੱਸ ਕਹਿਣ ਲੱਗੀ, ਪੁੱਤ ਮੈਨੂੰ ਹੁਣ ਇਹ ਗੱਲ ਦਾ ਅਹਿਸਾਸ ਹੋ ਗਿਆ ਕਿ ਕੁਲਦੀਪ ਵਿੱਚ ਬਹੁਤ ਸਾਰੇ ਗੁਣ ਹਨ ਜੋ ਤੇਰੇ ਵਿੱਚ ਵੀ ਨਹੀਂ ਹਨ। ਹੁਣ ਤੂੰ ਕੁਲਦੀਪ ਦੇ ਨਾਲ ਰਹਿ ਕੇ ਉਸ ਵਾਲੇ ਗੁਣ ਆਪਣੇ ਵਿੱਚ ਪੈਦਾ ਕਰ। ਅਸੀਂ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਅੱਜ ਤੋਂ ਬਾਅਦ ਘਰ ਵਿੱਚ ਇਕੱਠਿਆਂ ਪਿਆਰ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਹੁਣ ਮੇਰੀ ਸੱਸ ਸਾਨੂੰ ਦੋਨਾਂ ਨੂੰ ਇੱਕੋ ਜਿਹਾ ਪਿਆਰ ਕਰਦੀ ਸੀ। ਕਦੇ ਵੀ ਸਾਡੇ ਕਿਸੇ ਕੰਮ ਵਿੱਚ ਉਸਨੇ ਨੁਕਸ ਨਹੀਂ ਕੱਢਿਆ ਸੀ। ਮੈਂ ਆਪਣੀ ਦਰਾਣੀ ਦਾ ਬਹੁਤ ਧੰਨਵਾਦ ਕਰਦੀ ਕਿ ਉਹ ਰੱਬ ਬਣ ਕੇ ਮੇਰੇ ਲਈ ਆਈ ਅਤੇ ਮੇਰੀ ਜ਼ਿੰਦਗੀ ਨੂੰ ਸੁਖਾਲੀ ਬਣਾ ਦਿੱਤਾ। ਪਰ ਮੇਰੀ ਦਰਾਣੀ ਨੇ ਮੈਨੂੰ ਕਿਹਾ, ਦੀਦੀ ਹਰ ਵਾਰ ਚੁੱਪ ਰਹਿਣਾ ਹੀ ਠੀਕ ਨਹੀਂ ਹੁੰਦਾ। ਆਪਣੇ ਹੱਕ ਲਈ ਬੋਲਣਾ ਅਤੇ ਲੜਨਾ ਜ਼ਰੂਰ ਚਾਹੀਦਾ ਹੈ, ਨਹੀਂ ਤਾਂ ਸਮਾਜ ਵਿੱਚ ਸਾਨੂੰ ਕੋਈ ਵੀ ਸਿਰ ਉੱਚਾ ਕਰਕੇ ਜਿਉਣ ਨਹੀਂ ਦਿੰਦਾ। ਮੈਨੂੰ ਵੀ ਅੱਜ ਆਪਣੀ ਦਰਾਣੀ ਦੀ ਕਹੀ ਗੱਲ ਕਾਫੀ ਹੱਦ ਤੱਕ ਸਹੀ ਲੱਗੀ। ਹਾਂਜੀ, ਬਾਕੀ ਕੀ ਵਿਚਾਰ ਨੇ ਤੁਹਾਡੇ ਇਸ ਕਹਾਣੀ ਦੇ ਬਾਰੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।